ਗੁੱਡ ਮਾਰਨਿੰਗ ਸਟੂਡੈਂਟ। ਅੱਜ ਆਪਾਂ 6ਵੀਂ ਜਮਾਤ ਦਾ ਪਾਠ 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ ਇਸ ਬਾਰੇ ਪੜ੍ਹਾਂਗੇ। ਇਹ ਇੱਕ ਕਹਾਣੀ ਹੈ। ਇਹ ਕਹਾਣੀ ਬੜੀ ਹੀ ਦਿਲਚਸਪ ਹੈ, ਤੁਹਾਨੂੰ ਸਾਰਿਆਂ ਨੂੰ ਬੜੀ ਚੰਗੀ ਲੱਗੂਗੀ। ਹੁਣ ਆਪਾਂ ਇਸ ਕਹਾਣੀ ਬਾਰੇ ਪੜ੍ਹਦੇ ਹਾਂ। ਤੁਹਾਨੂੰ ਜਿਹੜਾ ਮੈਂ ਇਹਦਾ ਸਾਰ ਸੰਖੇਪ ਵਿੱਚ ਦੱਸਦੀ ਹਾਂ। ਇੱਕ ਵਾਰੀ ਇੱਕ ਕਿਸਾਨ ਆਪਣਾ ਖੋਤਾ ਵੇਚਣ ਲਈ ਆਪਣੇ ਪੁੱਤਰ ਨੂੰ ਨਾਲ ਲੈ ਕੇ ਸ਼ਹਿਰ ਵੱਲ ਤੁਰ ਪਿਆ। ਅੱਗੇ ਅੱਗੇ ਖੋਤਾ ਤੇ ਪਿੱਛੇ ਪਿੱਛੇ ਦੋਵੇਂ ਪਿਓ ਪੁੱਤਰ ਜਾ ਰਹੇ ਸਨ। ਕੁਝ ਦੂਰ ਜਾ ਕੇ ਉਹਨਾਂ ਨੂੰ ਰਾਹ ਵਿੱਚ ਕੁਝ ਕੁੜੀਆਂ ਮਿਲਦੀਆਂ ਹਨ ਜੋ ਉਹਨਾਂ ਵੱਲ ਦੇਖ ਕੇ ਹੱਸ ਪਈਆਂ ਤੇ ਇੱਕ ਦੂਜੀ ਨੂੰ ਕਹਿਣ ਲੱਗੀਆਂ, ਦੇਖੋ ਇਹਨਾਂ ਮੂਰਖਾਂ ਦੀ ਮੱਤ ਮਾਰੀ ਹੋਈ ਹੈ। ਇਹਨਾਂ ਕੋਲ ਖੋਤਾ ਹੈ ਸਵਾਰੀ ਕਰਨ ਲਈ, ਪਰ ਫਿਰ ਵੀ ਇਹ ਪੈਦਲ ਤੁਰੇ ਜਾ ਰਹੇ ਹਨ। ਕਿਸਾਨ ਉਹਨਾਂ ਦੀਆਂ ਗੱਲਾਂ ਸੁਣ ਕੇ ਸ਼ਰਮਿੰਦਾ ਜਿਹਾ ਹੋ ਗਿਆ। ਉਹ ਸੋਚਣ ਲੱਗ ਪਿਆ ਕਿ ਕੁੜੀਆਂ ਉਹਨਾਂ ਨੂੰ ਇਉਂ ਕਿਉਂ ਕਹਿ ਰਹੀਆਂ ਹਨ, ਤੇ ਉਹ ਕੁੜੀਆਂ ਦੀ ਗੱਲ ਸੁਣ ਕੇ ਸੋਚ ਲੈਂਦਾ ਹੈ ਕਿ ਕਿਉਂ ਨਾ ਆਪਣੇ ਪੁੱਤਰ ਨੂੰ ਉਸ ਖੋਤੇ 'ਤੇ ਬਿਠਾ ਦਿੱਤਾ ਜਾਵੇ। ਉਸਨੇ ਫਿਰ ਕੀ ਕੀਤਾ, ਉਹ ਹੌਲੀ ਹੌਲੀ ਥੋੜ੍ਹਾ ਜਿਹਾ ਅੱਗੇ ਤੁਰਨ ਤੋਂ ਬਾਅਦ ਉਸਨੇ ਆਪਣੇ ਪੁੱਤਰ ਨੂੰ ਖੋਤੇ ਉੱਤੇ ਬਿਠਾ ਦਿੱਤਾ ਤੇ ਆਪ ਮਗਰ ਮਗਰ ਤੁਰ ਪਿਆ। ਅਜੇ ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਅੱਗੇ ਉਹਨਾਂ ਨੂੰ ਦੋ ਆਦਮੀ ਮਿਲ ਗਏ। ਉਹ ਉਹਨਾਂ ਨੂੰ ਵੇਖ ਕੇ ਕਹਿਣ ਲੱਗੇ, ਦੇਖੋ ਇਹ ਹੱਟਾ ਕੱਟਾ ਮੁੰਡਾ ਖੋਤੇ ਉੱਤੇ ਚੜ੍ਹਿਆ ਬੈਠਾ ਹੈ ਤੇ ਬੁੱਢਾ ਪਿਓ ਮਗਰ ਮਗਰ ਲੱਤਾਂ ਘਸੀਟਦਾ ਜਾ ਰਿਹਾ ਹੈ। ਇਹਨੂੰ ਮੁੰਡੇ ਨੂੰ ਸ਼ਰਮ ਨਹੀਂ ਆਉਂਦੀ। ਤਾਂ ਉਹਨਾਂ ਦੀ ਗੱਲ ਸੁਣ ਕੇ ਕਿਸਾਨ ਪਰੇਸ਼ਾਨ ਹੋ ਗਿਆ। ਉਸਨੇ ਮੁੰਡੇ ਨੂੰ ਖੋਤੇ ਤੋਂ ਉਤਾਰ ਦਿੱਤਾ ਤੇ ਆਪ ਖੋਤੇ 'ਤੇ ਚੜ੍ਹ ਗਿਆ। ਮੁੰਡਾ ਪਿੱਛੇ ਪਿੱਛੇ ਭੱਜ ਭੱਜ ਖੋਤੇ ਨਾਲ ਆਪਣੀ ਚਾਲ ਮਿਲਾਉਂਦਾ ਹੋਇਆ ਸਾਹੋ ਸਾਹ ਹੋ ਰਿਹਾ ਸੀ। ਅੱਗੇ ਜਾ ਕੇ ਉਹਨਾਂ ਨੂੰ ਦੋ ਆਜੜੀ ਮਿਲ ਗਏ। ਉਹ ਇੱਕ ਦੂਜੇ ਨੂੰ ਕਹਿਣ ਲੱਗੇ, ਦੇਖੋ ਇਸ ਬੁੱਢੇ ਦੀ ਅਕਲ। ਮਲੂਕ ਜਿਹਾ ਮੁੰਡਾ ਭੱਜ ਭੱਜ ਕੇ ਸਾਹੋ ਸਾਹ ਹੋ ਰਿਹਾ ਹੈ, ਪਰ ਇਹ ਆਪ ਨਵਾਬ ਦੀ ਤਰ੍ਹਾਂ ਬੈਠਾ ਹੋਇਆ ਹੈ। ਇਹ ਸੁਣ ਕੇ ਕਿਸਾਨ ਨੇ ਮੁੰਡੇ ਨੂੰ ਆਪਣੇ ਨਾਲ ਖੋਤੇ 'ਤੇ ਬਿਠਾ ਲਿਆ ਤੇ ਦੋਵੇਂ ਪਿਓ ਪੁੱਤ ਹੁਣ ਖੋਤੇ 'ਤੇ ਬੈਠ ਕੇ ਜਾਣ ਲੱਗੇ। ਪਰ ਲੋਕ ਹੁਣ ਵੀ ਕਿੱਥੇ ਚੁੱਪ ਕਰਦੇ ਆ, ਲੋਕਾਂ ਨੇ ਤਾਂ ਬੋਲੀ ਜਾਣਾ ਹੈ। ਅੱਗੇ ਉਹ ਕੁਝ ਦੂਰ ਹੀ ਗਏ ਸਨ ਕਿ ਉਹਨਾਂ ਨੂੰ ਸ਼ਹਿਰੋਂ ਮੁੜਦੇ ਕੁਝ ਬੰਦੇ ਮਿਲ ਗਏ। ਉਹ ਹੈਰਾਨ ਹੋਏ, ਕਹਿਣ ਲੱਗੇ ਕਿ ਕੀ ਇਹ ਖੋਤਾ ਕਿਤਿਓਂ ਚੋਰੀ ਕਰਕੇ ਲਿਆਏ ਨੇ, ਜਿਸ ਕਰਕੇ ਦੋਵੇਂ ਲਾਹਾ ਲੈਣ ਲੱਗੇ ਹੋਏ ਨੇ। ਵਿਚਾਰਾ ਖੋਤਾ ਦੋਹਾਂ ਦੇ ਭਾਰ ਥੱਲੇ ਦੱਬਿਆ ਪਿਆ ਹੈ। ਕੀ ਉਹਨਾਂ ਵਿੱਚ ਰਤਾ ਵੀ ਤਰਸ ਨਹੀਂ ਹੈ? ਉਹਨਾਂ ਨੂੰ ਜਾਨਵਰ 'ਤੇ ਤਰਸ ਨਹੀਂ ਆਉਂਦਾ? ਭਲਾ ਜਾਨਵਰ ਤਾਂ ਬੇਜਵਾਨ ਹੈ, ਬੋਲ ਨਹੀਂ ਸਕਦਾ, ਪਰ ਇਹਨਾਂ ਨੂੰ ਆਪਣਾ ਦਿਮਾਗ ਹੈ ਹੀ ਨਹੀਂ।
ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਦੋਵੇਂ ਜਾਣੇ ਕਿਵੇਂ ਵਿਚਾਰੇ ਖੋਤੇ ਨੂੰ ਦੱਬੀ ਬੈਠੇ ਨੇ। ਹੁਣ ਵਿਚਾਰਾ ਕਿਸਾਨ ਫੇਰ ਫਿਕਰਾਂ ਦੇ ਵਿੱਚ ਪੈ ਗਿਆ, ਸੋਚਾਂ ਵਿੱਚ ਪੈ ਗਿਆ ਕਿ ਹੁਣ ਮੈਂ ਕੀ ਕਰਾਂ। ਤੇ ਜਾਂਦਾ ਜਾਂਦੇ ਉਹਨੂੰ ਫਿਰ ਇੱਕ ਦਿਮਾਗ ਦੇ ਵਿੱਚ ਵਿਚਾਰ ਆਇਆ। ਉਹਨੇ ਸੋਚਿਆ ਕਿ ਆਪਾਂ ਦੋਵੇਂ ਹੀ ਖੋਤੇ ਤੋਂ ਉਤਰ ਜਾਂਦੇ ਹਾਂ। ਉਹ ਸੋਚੀ ਜਾਵੇ ਹੁਣ ਮੈਂ ਕਰਾਂ ਕੀ। ਫਿਰ ਉਹ ਸੋਚਦਾ ਕਿ ਕੋਈ ਨੇ ਆਪਣੇ ਪੁੱਤਰ ਨੂੰ ਕਹਿੰਦਾ ਵੀ ਹੁਣ ਆਪਾਂ ਨਾ ਦੋਵੇਂ ਹੀ ਖੋਤੇ ਤੋਂ ਉਤਰ ਜਾਂਦੇ ਹਾਂ। ਰਾਹ ਜਾਂਦਾ ਹਰ ਕੋਈ ਕੁਝ ਨਾ ਕੁਝ ਕਹੀ ਜਾਂਦਾ ਹੈ। ਫਿਰ ਉਹ ਸੋਚਦਾ ਵੀ ਹੁਣ ਉਹ ਕਹਿੰਦਾ ਵੀ ਆਪਾਂ ਖੋਤੇ ਨੂੰ ਚੁੱਕ ਕੇ ਲੈ ਜਾਂਦੇ ਹਾਂ। ਫਿਰ ਉਹਨਾਂ ਨੇ ਖੋਤੇ ਨੂੰ ਨਾ ਚੁੱਕ ਕੇ ਲਿਜਾਣ ਦਾ ਫੈਸਲਾ ਕਰ ਲਿਆ। ਉਹਨਾਂ ਦੋਹਾਂ ਨੇ ਕੀ ਕੀਤਾ, ਖੋਤੇ ਦੀਆਂ ਦੋ ਲੱਤਾਂ ਬੰਨ੍ਹ ਕੇ ਵਿੱਚੋਂ ਇੱਕ ਡਾਂਗ ਲੰਘਾ ਲਈ ਅਤੇ ਦੋਹਾਂ ਨੇ ਪਾਸਿਆਂ ਤੋਂ ਉਸ ਨੂੰ ਆਪਣੇ ਆਪਣੇ ਮੋਢੇ 'ਤੇ ਰੱਖ ਲਿਆ। ਤੁਹਾਨੂੰ ਪਿਕਚਰ ਦੇ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਰੱਖ ਲਿਆ ਅਤੇ ਚੁੱਕ ਕੇ ਖੋਤੇ ਨੂੰ ਤੁਰ ਪਏ। ਫਿਰ ਕੀ ਸੀ, ਰਸਤੇ ਵਿੱਚ ਇੱਕ ਨਦੀ ਦਾ ਪੁਲ ਆਇਆ ਅਤੇ ਲੋਕ ਉਹਨਾਂ ਨੂੰ ਖੋਤੇ ਨੂੰ ਚੁੱਕੀ ਲਿਜਾਂਦਾ ਦੇਖ ਕੇ ਹੱਸ ਰਹੇ ਸੀ ਕਿ ਰਸਤੇ ਵਿੱਚ ਹੱਸ ਰਹੇ ਸੀ। ਅਤੇ ਲੋਕਾਂ ਦਾ ਜਿਹੜਾ ਰੌਲਾ ਸੁਣ ਕੇ ਖੋਤਾ ਡਰ ਗਿਆ, ਘਬਰਾ ਗਿਆ, ਹਿੱਲਣ ਜੁਲਣ ਲੱਗ ਗਿਆ। ਜਦੋਂ ਖੋਤਾ ਹਿੱਲਣ ਜੁਲਣ ਲੱਗ ਗਿਆ ਅਤੇ ਜਿਹੜੀ ਡਾਂਗ ਸੀ ਫਿਰ ਕੀ ਸੀ, ਉਹਨਾਂ ਦੇ ਮੋਢਿਆਂ ਤੋਂ ਤਿਲਕ ਗਈ। ਅਤੇ ਫਿਰ ਜਿਹੜਾ ਖੋਤਾ ਸੀ ਉਹਨੂੰ ਫਿਰ ਕੀ ਹੋਣਾ ਸੀ, ਖੋਤਾ ਵਿਚਾਰਾ ਨਦੀ ਦੇ ਵਿੱਚ ਡਾਂਗ ਸਮੇਤ ਹੀ ਡਿੱਗ ਗਿਆ ਅਤੇ ਰੁੜ ਗਿਆ। ਇਹ ਦੇਖ ਕੇ ਕਿਸਾਨ ਵਿਚਾਰਾ ਸੀ ਜਿਹੜਾ, ਉਹ ਸਿਰ ਫੜ ਕੇ ਬੈਠ ਗਿਆ ਕਿ ਹੁਣ ਕੀ ਕਰਾਂ। ਅਤੇ ਸੋਚਣ ਲੱਗਾ, ਫਿਰ ਉਹ ਬੈਠ ਕੇ ਸੋਚਦਾ ਵੀ ਮੈਂ ਸਾਰੇ ਲੋਕਾਂ ਦੇ ਕਿਉਂ ਮਗਰ ਲੱਗਿਆ। ਉਸਨੇ ਰਾਹ ਜਾਂਦੇ ਹਰ ਵਿਅਕਤੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ, ਹਰ ਇੱਕ ਨੂੰ ਖੁਸ਼ ਕਰਨਾ ਚਾਹਿਆ, ਪਰ ਉਹ ਕਿਸੇ ਨੂੰ ਖੁਸ਼ ਨਾ ਕਰ ਸਕਿਆ। ਸਗੋਂ ਉਹਦਾ ਆਪਣਾ ਹੀ ਨੁਕਸਾਨ ਹੋ ਗਿਆ। ਚੰਗਾ ਹੁੰਦਾ ਜੇ ਉਹ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਂਦਾ ਅਤੇ ਉਸਦਾ ਨੁਕਸਾਨ ਨਾ ਹੁੰਦਾ ਅਤੇ ਉਹਦਾ ਜਿਹੜਾ ਖੋਤਾ ਸੀ ਉਹ ਡੁੱਬ ਕੇ ਨਾ ਮਰਦਾ ਅਤੇ ਉਹ ਆਪਣੇ ਖੋਤੇ ਨੂੰ ਵੇਚ ਕੇ ਕੁਛ ਪੈਸੇ ਜਿਹੜੇ ਇਕੱਠੇ ਕਰਕੇ ਆਪਣਾ ਜਿਹੜੇ ਉਹਨੇ ਸਕੀਮ ਬਣਾਈ ਸੀ ਕਿ ਕੋਈ ਕੰਮ ਕਰੂੰਗਾ ਤਾਂ ਉਹ ਕਰ ਹਾਂ ਬੱਚੋ। ਫਿਰ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਬਿਨਾਂ ਸੋਚੇ ਸਮਝੇ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ, ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ। ਜੋ ਠੀਕ ਹੋਵੇ ਉਹੀ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਹਰ ਇੱਕ ਇਨਸਾਨ ਨੂੰ ਖੁਸ਼ ਨਹੀਂ ਕਰ ਸਕਦੇ। ਕੁਝ ਅਸੀਂ ਫੈਸਲੇ ਲੈਂਦੇ ਹਾਂ ਤਾਂ ਉਹਦੇ ਨਾਲ ਹਰ ਇੱਕ ਇਨਸਾਨ ਖੁਸ਼ ਨਹੀਂ ਹੋ ਸਕਦਾ, ਪਰ ਉਹ ਦੇਖੋ ਜੋ ਸਾਡੇ ਫਾਇਦੇ ਲਈ ਹੈ, ਸਾਡੇ ਪਰਿਵਾਰ ਦੇ ਫਾਇਦੇ ਲਈ ਹੈ, ਉਹਨਾਂ ਨੂੰ ਹੀ ਅਸੀਂ ਜਿਹੜੇ ਉਹ ਫੈਸਲੇ ਲਵੋ। ਇਸ ਲਈ ਸਾਨੂੰ ਅੰਨ੍ਹੇਵਾਹ ਅੱਖਾਂ ਮੀਚ ਕੇ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ। ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ। ਅੱਗੇ ਇਸ ਜਿਹੜੀ ਕਹਾਣੀ ਹੈ ਇਹਦੇ ਪ੍ਰਸ਼ਨ ਉੱਤਰਾਂ ਦਾ ਤੁਹਾਨੂੰ PDF ਬਣਾ ਕੇ ਭੇਜ ਦਿੱਤਾ ਜਾਵੇਗਾ ਅਤੇ ਤੁਸੀਂ ਆਪਣਾ ਜਿਹੜਾ ਕੰਮ ਹੈ ਸੋਹਣੀ ਰਾਈਟਿੰਗ ਦੇ ਵਿੱਚ ਕਰ ਲੈਣਾ ਹੈ ਅਤੇ ਨਾਲ ਦੀ ਨਾਲ ਇਹਨਾਂ ਨੂੰ ਯਾਦ ਵੀ ਕਰਨਾ ਹੈ, ਕਿਉਂਕਿ ਤੁਹਾਡੇ ਫਿਰ ਪੇਪਰ ਵੀ ਹੋਣੇ ਹਨ। ਥੈਂਕ ਯੂ, ਧੰਨਵਾਦ।